सवाल है कि एक तुका तो की भाव, जिस ਵੇਲੇ ਆਪਾਂ ਸਹਿਜ ਪਾਠ ਕਰਦੇ ਆ ਨਾ ਜੀ, ਤੇ ਸ਼ਲੋਕ ਦੇ ਹਰੇਕ ਸ਼ਬਦ ਦੇ ਉੱਪਰ ਉਹਦਾ ਟਾਈਟਲ ਸਿਰਲੇਖ ਲਿਖਿਆ ਹੁੰਦਾ ਹੈ, ਜਿਵੇਂ ਅਸ਼ਟਪਦੀਆਂ ਨੇ, ਸ਼ਲੋਕ ਹੈ, ਫਲਾਣਾ ਹੈ। ਇਸੇ ਤਰ੍ਹਾਂ ਇੱਕ ਤੁਕਾ ਜਿਹਦਾ ਨਾਂ ਲਿਖਿਆ ਹੈ, ਉਹਦਾ ਕੀ ਭਾਵ ਹੈ। ਮੈਂ ਵੀ ਪ੍ਰਭ ਕੀਰਤਨ ਸਿੰਘ ਨੂੰ ਬੇਨਤੀ ਕਰਾਂਗਾ ਵੀ ਉਹ ਕਿਰਪਾ ਕਰਕੇ ਇਹ ਸਾਨੂੰ ਦੱਸਣਗੇ ਕਿ ਜਿਹੜਾ ਇੱਕ ਤੁਕਾ ਲਿਖਿਆ ਹੁੰਦਾ ਹੈ, ਇਹਦਾ ਕੀ ਅਰਥ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਫਤਿਹ ਜੀ ਜੀ। ਕੀ ਫਤਿਹ ਜੀ। ਇਹ ਜੋ ਸਵਾਲ ਹੈ, ਪਿੱਛੇ ਜੇ ਅਸੀਂ ਇੱਕ ਸ਼ਬਦ ਦੀ ਵਿਆਖਿਆ ਕੀਤੀ ਸੀ, ਜੋ ਸ਼ਬਦ ਆਪ ਜੀ ਦੇ ਸਾਹਮਣੇ ਮੈਂ ਡਿਸਪਲੇ ਕਰਨ ਦੀ ਕੋਸ਼ਿਸ਼ ਕਰ ਰਿਹਾ ਜੀ। ਇਹ ਸ਼ਬਦ ਹੈ ਜਿਸ ਦੀ ਆਪਾਂ ਵਿਆਖਿਆ ਕੀਤੀ ਸੀ ਕਿ ਉਹ ਸਿੰਗਾਰ ਮਿਲਣ ਕੇ ਤਾਈਂ। ਤੋ ਇਹ ਸ਼ਬਦ ਦੀ ਜਦੋਂ ਵਿਆਖਿਆ ਕੀਤੀ ਗਈ ਤਾਂ ਸਵਾਲ ਪੈਦਾ ਹੋਇਆ ਕਿ ਇਹ ਜੋ ਸ਼ਬਦ ਹੈ ਇਹਦਾ ਸਿਰਲੇਖ ਹੈ ਆਸਾ ਤਿਪਦਾ ਇੱਕ ਤੁਕਾ, ਕਬੀਰ ਜੀ ਦਾ ਇਹ ਸ਼ਬਦ ਹੈ। ਪਰੰਤੂ ਇੱਥੇ ਹਰ ਪਦੇ ਦੇ ਵਿੱਚ ਇੱਕ ਦੀ ਥਾਂ ਤੇ ਦੋ ਦੋ ਪੰਕਤੀਆਂ ਹਨ, ਔਰ ਅਸੀਂ ਆਮ ਭਾਸ਼ਾ ਵਿੱਚ ਇਹੀ ਕਹਿ ਦਿੰਦੇ ਹਾਂ ਜੀ ਕਿ ਦੋ ਤੁਕਾਂ ਹਨ ਇਹ, ਕਿਉਂਕਿ ਜਿੱਥੇ ਵੀ ਦੋ ਡੰਡੀਆਂ ਵਾਲਾ ਵਿਸਰਾਮ ਚਿੰਨ੍ਹ ਆ ਜਾਂਦਾ ਅਸੀਂ ਉਹਨੂੰ ਤੁਕ ਕਹਿ ਦਿੰਦੇ ਹਾਂ। ਆਮ ਭਾਸ਼ਾ ਸਾਡੀ ਜਿਹੜੀ ਹੈ ਉਹਦੀ ਵਰਤੋਂ ਇਹੀ ਹੈ। ਤੋ ਇਸ ਚੀਜ਼ ਨੂੰ ਜਦੋਂ ਥੋੜਾ ਜਿਹਾ ਅੱਗੇ ਦੇਖਣ ਦੀ ਸਮਝਣ ਦੀ ਕੋਸ਼ਿਸ਼ ਕੀਤੀ ਗਈ ਤਾਂ ਦੇਖਿਆ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਤਕਰੀਬਨ 30-35 ਸ਼ਬਦ ਐਸੇ ਹਨ ਜਿਨ੍ਹਾਂ ਦੇ ਉੱਤੇ ਇੱਕ ਤੁਕਾ, ਇੱਕ ਤੁਕੇ, ਇੱਕ ਤੁਕੀਆ, ਇਸ ਕਿਸਮ ਦੇ ਜੋ ਸਿਰਲੇਖ ਜਿਹੜੇ ਹਨ ਉਹਨਾਂ ਦੇ ਹੇਠੋਂ ਦਰਜ ਹਨ। ਤਾਂ ਫਿਰ ਮਨ ਦੇ ਵਿੱਚ ਇਹ ਖਿਆਲ ਪੈਦਾ ਹੋਇਆ ਕਿ ਆਓ ਦੇਖੀਏ ਇਹਨਾਂ ਵਿੱਚੋਂ ਬਾਕੀਆਂ ਦੀ ਬਣਤਰ ਕਿਸ ਤਰ੍ਹਾਂ ਹੈ। ਤਾਂ ਇਹ ਜੋ ਦੂਸਰਾ ਹੈ ਆਪਣਾ ਆਸਾ ਮਹਿਲਾ ਚੌਥਾ, ਇੱਕ ਤੁਕੇ ਦੋ, ਇੱਥੇ ਦੋ ਇੱਕ ਤੁਕੇ ਇਸ ਸਿਰਲੇਖ ਹੇਠ ਦਰਜ ਹਨ। ਇਹ ਪੰਨਾ ਨੰਬਰ 374 ਤੇ ਹਨ ਜੀ। ਜੀਵਤ ਦੀਸੈ ਤੇ ਸਰ ਪਰ ਮਰਨਾ, ਮੂਆ ਹੋਵੇ ਤੇ ਸਨੇਚਰ ਰਹਿਣ। ਤੋ ਇੱਥੇ ਵੀ ਅਸੀਂ ਦੇਖਿਆ ਕਿ ਇਸੇ ਤਰ੍ਹਾਂ ਹੀ ਜਿਹੜਾ ਇੱਕ ਪਦਾ ਹੈ ਉਹਦੇ ਵਿੱਚ ਵਿਸਰਾਮਾਂ ਦੇ ਹਿਸਾਬ ਨਾਲ ਦੇਖੀਏ ਤੇ ਦੋ ਪੰਕਤੀਆਂ ਹਨ, ਜਿਹਨੂੰ ਅਸੀਂ ਆਮ ਤੌਰ ਤੇ ਦੋ ਤੁਕਾਂ ਹੀ ਕਹਿ ਛੱਡਦੇ ਹਾਂ। ਇਸ ਤੋਂ ਅੱਗੇ ਚੱਲੇ ਤਾਂ ਜਿਹੜੀ ਅੱਗੇ ਆਏ ਇਹ ਦੋ ਸ਼ਬਦ ਇਸ ਸਿਰਲੇਖ ਹੇਠ ਹਨ। ਉਸ ਤੋਂ ਅੱਗੇ ਚੌਪਦੇ ਹਨ ਇਸ ਦੇ ਨਾਲ ਹੀ, ਇਹ ਵੀ ਪੰਨਾ 374 ਤੇ ਹੀ ਹਨ। ਤੋ ਇਹਨਾਂ ਦੇ ਵਿੱਚ ਵੀ ਬਿਲਕੁਲ ਇਸੇ ਤਰ੍ਹਾਂ ਹੀ ਬਣਤਰ ਹੈ। ਇੱਕ ਘੜੀ ਦਿਨਸ ਮੋਕੋ ਬਹੁਤ ਦਿਹਾਰੇ, ਮਨ ਨਾ ਰਹਿ ਕੈਸੇ ਮਿਲੋਂ ਪਿਆਰੇ। ਤੇ ਉਸ ਤੋਂ ਅੱਗੇ ਰਹਾਉ ਦਾ ਬੰਦ ਹੈ ਜੀ। ਇੱਥੇ 12 ਸ਼ਬਦ ਦਰਜ ਹਨ, 15ਵੇਂ ਸ਼ਬਦ ਤੋਂ ਲੈ ਕੇ 26ਵੇਂ ਸ਼ਬਦ ਤੱਕ ਜੀ। ਇਸੇ ਤਰ੍ਹਾਂ ਹੀ ਮੈਂ ਸੰਖੇਪ ਵਿੱਚ ਗੱਲ ਕਰਾਂ ਕਿ ਅੱਗੇ ਚੱਲੀਏ ਤਾਂ ਫਿਰ ਇਹ ਸ਼ਬਦ ਜੋ ਹੈ ਗੁਰ ਸੇਵੇ ਜੋ ਠਾਕੁਰ ਜਾਣੇ, ਇਹਦੇ ਵਿੱਚ ਵੀ ਬਣਤਰ ਇਸੇ ਤਰ੍ਹਾਂ ਹੀ ਹੈ। ਇਹਨੂੰ ਇੱਕ ਤੁਕੀ ਲਿਖਿਆ ਹੈ, ਪਰ ਨਾਲ ਦੇ ਨਾਲ ਹੈ ਇਹਦੇ ਵਿੱਚ ਦੋ ਦੋ ਪੰਕਤੀਆਂ ਹਨ ਹਰ ਪਦੇ ਦੇ ਵਿੱਚ। ਇਸ ਤੋਂ ਅੱਗੇ ਵੀ ਫਿਰ ਇੱਕ ਤੁਕੇ ਦਾ ਹੀ ਸਿਰਲੇਖ ਹੈ ਤੇ ਸ਼ਬਦ ਹੈ ਆਮ ਅਸੀਂ ਸੁਣਦੇ ਹਾਂ, ਸਨਕ ਸਨੰਦ ਅੰਤ ਨਹੀਂ ਪਾਇਆ, ਵੇਦ ਪੜੇ ਪੜ ਬ੍ਰਹਮੇ ਜਨਮ ਗਵਾਇਆ। ਇਹਦੇ ਵਿੱਚ ਵੀ ਇਸੇ ਤਰ੍ਹਾਂ ਦੀ ਹੀ ਬਣਤਰ ਹੈ, ਹਰ ਪਦੇ ਦੇ ਵਿੱਚ ਦੋ ਦੋ ਪੰਕਤੀਆਂ ਹਨ। ਇਸ ਤੋਂ ਅੱਗੇ ਜੋ ਇਹ ਚਾਰ ਸ਼ਬਦ ਹਨ ਪੰਨਾ 480 481 ਉੱਤੇ, ਇਹਨਾਂ ਦੇ ਵਿੱਚ ਵੀ ਸਰਪਣੀ ਤੇ ਉੱਪਰ ਨਹੀਂ ਬਲੀਆ, ਜਿਨ ਬ੍ਰਹਮਾ ਵਿਸ਼ਨ ਮਹਾਦੇਵ ਛਲਿਆ। ਇਹਦੇ ਵਿੱਚ ਵੀ ਬਿਲਕੁਲ ਇਸੇ ਤਰ੍ਹਾਂ ਦੀ ਬਣਤਰ ਹੈ, ਲੇਕਿਨ ਸਿਰਲੇਖ ਇੱਥੇ ਵੀ ਇੱਕ ਤੁਕੇ ਹੀ ਹੈ। ਇਸ ਤੋਂ ਅੱਗੇ ਇੱਕ ਸ਼ਬਦ ਜਿਹੜਾ ਸਾਡੇ ਸਾਹਮਣੇ ਆਉਂਦਾ ਹੈ, ਆਸਾਵਰੀ ਮਹਿਲਾ ਪੰਜਵਾਂ, ਇੱਕ ਤੁਕਾ, ਓਏ ਪਰਦੇਸੀਆ ਹਾਂ ਸੁਨਤ ਸੰਦੇਸਿਆ ਹਾਂ। ਤੋਂ ਪਹਿਲਾ ਪਦਾ ਜਿਹੜਾ ਹੈ ਰਹਾਉ ਦਾ ਹੈ ਤੇ ਦੋ ਪਦੇ ਇਹਦੇ ਵਿੱਚ ਹਨ। ਤੇ ਪਹਿਲੇ ਪਦੇ ਦੇ ਵਿੱਚ 4 ਪੰਕਤੀਆਂ ਬਣਦੀਆਂ ਹਨ ਤੇ ਦੂਜੇ ਪਦੇ ਦੇ ਵਿੱਚ ਆਪ ਪੜੋਗੇ ਕਿ 6 ਪੰਕਤੀਆਂ ਹਨ, ਲੇਕਿਨ ਸਿਰਲੇਖ ਇੱਥੇ ਵੀ ਇੱਕ ਤੁਕਾ ਹੈ। ਤੋ ਇਹ ਸਾਰੇ ਸ਼ਬਦਾਂ ਨੂੰ ਦੇਖ ਕੇ ਮਨ ਦੇ ਵਿੱਚ ਵਿਚਾਰ ਪੈਦਾ ਹੋਇਆ ਵੀ ਇਹ ਇੱਕ ਤੁਕਾ, ਅਸੀਂ ਤਾਂ ਤੁਕ ਦਾ ਅਰਥ ਇਹ ਲੈਂਦੇ ਹਾਂ ਕਿ ਜਿਹਨੂੰ ਅਸੀਂ ਹੁਣ ਅੱਜ ਪੰਕਤੀ ਕਹਿ ਰਹੇ ਹਾਂ, ਜਿੱਥੇ ਦੋ ਡੰਡੀਆਂ ਦਾ ਵਿਸਰਾਮ ਚਿੰਨ੍ਹ ਆ ਜਾਂਦਾ ਉਹਨੂੰ ਅਸੀਂ ਆਮ ਤੌਰ ਤੇ ਤੁਕ ਕਹਿ ਦਿੰਦੇ ਹਾਂ। ਤੇ ਇੱਕ ਤੁਕਾ ਦਾ ਫਿਰ ਕੀ ਅਰਥ ਹੋਇਆ। ਤੋ ਅੱਗੇ ਚੱਲੇ ਤਾਂ ਫਿਰ ਇੱਕ ਤਾਂ ਹੁਣ ਤੱਕ ਜਿੰਨੇ ਸ਼ਬਦ ਆਪਾਂ ਦੇਖੇ ਨੇ ਸਾਰੇ ਆਸਾ ਰਾਗ ਦੇ ਵਿੱਚ ਹਨ। ਉਸ ਤੋਂ ਅੱਗੇ ਬਸੰਤ ਰਾਗ ਦੇ ਵਿੱਚ ਵੀ ਕੋਈ ਤਕਰੀਬਨ 7-8 ਸ਼ਬਦ ਹਨ ਜਿਨ੍ਹਾਂ ਦੇ ਉੱਤੇ ਇੱਕ ਤੁਕੇ, ਇੱਕ ਤੁਕੀਆ ਆਦਿਕ ਜਿਹੜੇ ਹਨ ਉਹ ਸਿਰਲੇਖ ਹਨ। ਤੋ ਮੈਂ ਹੋਰ ਸ਼ਬਦ ਨਹੀਂ ਡਿਸਪਲੇ ਕਰਾਂਗਾ, ਇੱਕ ਜਸਟ ਆਪਾਂ ਕਹੀਏ ਕਿ ਸੈਂਪਲ ਦੇ ਤੌਰ ਦੇ ਉੱਤੇ ਇਹ ਸ਼ਬਦ ਆਪਦੇ ਸਾਹਮਣੇ ਰੱਖਿਆ ਕਿ ਬਸੰਤ ਰਾਗ ਦੇ ਵਿੱਚ ਵੀ ਕੁਝ ਸ਼ਬਦ ਇਹੋ ਜਿਹੇ ਹਨ। ਇਹ ਵੀ ਅਸੀਂ ਅਕਸਰ ਸੁਣਦੇ ਰਹਿੰਦੇ ਹਾਂ, ਇੱਛਾ ਸਗਲ ਇੱਛਾ ਜਪ ਪੁੰਨੀਆਂ, ਪ੍ਰਭ ਮੇਲੇ ਚਿਰੀ ਵਿਛੁੰਨੀਆਂ, ਤੁਮ ਰਵੋ ਗੋਬਿੰਦਾ ਰਵਣ ਜੋਗ।
ਤੋ ਇਹ ਸ਼ਬਦ ਵੀ ਆਮ ਅਸੀਂ ਗਾਇਨ ਸੁਣਦੇ ਹਾਂ, ਪਰ ਇਹਦੇ ਵਿੱਚ ਵੀ ਬੰਤਰ ਬਿਲਕੁਲ ਉਹੀ ਹੈ ਜੋ ਅਸੀਂ ਪਹਿਲਾਂ ਆਸਾ ਰਾਗ ਦੇ ਵਿੱਚ ਦੇਖ ਆਏ। ਤਾਂ ਫਿਰ ਇਹਦੀ ਗੁੰਝਲ ਜਿਹੜੀ ਹੈ ਉਹ ਸਾਨੂੰ ਖੁੱਲੀ ਭਾਈ ਕਾਹਨ ਸਿੰਘ ਨਾਭਾ ਜੀ ਦੇ ਕੋਲੋਂ, ਕਿ ਭਈ 2 ਪੰਕਤੀਆਂ ਹਨ, ਕਿਤੇ 4 ਹਨ, ਕਿਤੇ 6 ਵੀ ਹਨ, ਲੇਕਿਨ ਸਿਰਲੇਖ ਜਿਹੜਾ ਹੈ ਉਹ ਇੱਕ ਤੁਕਾ ਹੀ ਹੈ। ਤਾਂ ਉਹਨਾਂ ਨੇ ਤੁਕ ਦੇ ਜੋ ਅਰਥ ਕੀਤੇ ਹਨ ਉਹ ਨਹੀਂ ਕੀਤੇ ਜੋ ਜਿਸ ਨਾਲ ਅਰਥਾਂ ਵਿੱਚ ਅਸੀਂ ਆਮ ਤੌਰ ਤੇ ਵਰਤ ਲੈਂਦੇ ਹਾਂ। ਉਹ ਕਹਿੰਦੇ ਹਨ ਕਿ ਜਿਹੜਾ ਤੁਕ ਹੈ ਇਹ ਛੰਦਾਬੰਦੀ ਦਾ ਸ਼ਬਦ ਹੈ, ਤੇ ਇਹਦੇ ਅਰਥ ਹਨ ਕਿ ਇੱਕ ਛੰਦ ਦਾ ਇੱਕ ਚਰਨ, ਯਾਨੀ ਕਿ ਜਿਹੜਾ ਇੱਕ ਕਦਮ ਉਹਦਾ ਪੂਰਾ ਹੋ ਗਿਆ ਜਿੱਥੇ, ਉਹਨੂੰ ਤੁਕ ਕਿਹਾ ਜਾਂਦਾ ਹੈ। ਹੁਣ ਆਮ ਤੌਰ ਤੇ ਇੱਕ ਪੰਕਤੀ ਦੇ ਵਿੱਚ ਹੀ ਇੱਕ ਛੰਦ ਦਾ ਇੱਕ ਜਿਹੜਾ ਚਰਨ ਹੈ ਉਹ ਪੂਰਾ ਹੋ ਜਾਂਦਾ ਹੈ, ਜਿੱਥੇ ਪੰਕਤੀਆਂ ਅਸੀਂ ਸਮਝੀਏ ਕਿ ਵੱਡੀਆਂ ਹੁੰਦੀਆਂ ਹਨ ਜਾਂ ਉਹਨਾਂ ਛੰਦਾਂ ਦੀ ਬਣਤਰ ਇਹੋ ਜਿਹੀ ਹੁੰਦੀ ਹੈ। ਪਰ ਜਦੋਂ ਇਹ ਜਿਹੜਾ ਇੱਕ ਤੁਕੇ ਉਹਨਾਂ ਨੂੰ ਸਪੈਸ਼ਲ ਇਹਦੇ ਉੱਤੇ ਦੇਣ ਦੀ ਲੋੜ ਹੀ ਇਸੇ ਕਰਕੇ ਪਈ ਕਿ ਛੰਦ ਦਾ ਚਰਨ ਭਾਵੇਂ ਇੱਥੇ ਪੰਕਤੀਆਂ 2 ਹਨ, ਪਰ ਛੰਦ ਦਾ ਚਰਨ 2 ਪੰਕਤੀਆਂ ਦੇ ਬਾਅਦ ਜਿੱਥੇ ਗਿਣਤੀ ਆ ਰਹੀ ਹੈ ਉੱਥੇ ਹੀ ਪੂਰਾ ਹੋ ਰਿਹਾ ਹੈ। ਤੇ ਇੱਕ ਤੁਕੇ ਭਾਵ ਇੱਕ ਪਦੇ ਦੇ ਵਿੱਚ ਜਿੰਨਾ ਵੀ ਸਤਿਗੁਰੂ ਜੀ ਨੇ ਉਪਦੇਸ਼ ਦਿੱਤਾ ਹੈ ਉਹ ਕੰਟੀਨਿਊਟੀ ਦੇ ਵਿੱਚ ਹੀ ਪੜ੍ਹਨਾ ਹੈ ਤੇ ਕੰਟੀਨਿਊਟੀ ਦੇ ਵਿੱਚ ਹੀ ਗਾਉਣਾ ਹੈ। ਤੋ ਆਮ ਤੌਰ ਦੇ ਉੱਤੇ ਜਿਵੇਂ ਅਸੀਂ ਦੇਖਦੇ ਹਾਂ ਬਾਣੀ ਦਾ ਪਾਠ ਕਰਦਿਆਂ ਹੋਇਆਂ ਵੀ, ਕਿ ਪੰਕਤੀਆਂ ਜਿਹੜੀਆਂ ਖਤਮ ਕੀਤੀਆਂ ਜਾਂਦੀਆਂ ਹਨ ਇਹ 2 ਡੰਡੀਆਂ ਦੇ ਨਿਸ਼ਾਨ ਦੇ ਨਾਲ, ਜਿੱਥੇ ਪੰਕਤੀਆਂ ਦਾ ਤੁਕਾਂਤ ਖਤਮ ਹੁੰਦਾ ਹੈ ਉਹ ਇੱਕ ਉਹਦਾ ਜ਼ਰੂਰੀ ਚਿੰਨ੍ਹ ਗਿਣਿਆ ਜਾਂਦਾ ਹੈ ਕਿ ਆਮ ਤੌਰ ਦੇ ਉੱਤੇ ਉੱਥੇ ਹੀ ਡੰਡੀਆਂ ਲੱਗਦੀਆਂ ਹਨ ਜਿੱਥੇ ਤੁਕਾਂਤ ਮਿਲਦਾ ਹੈ। ਜਿਵੇਂ ਇੱਥੇ ਪੁੰਨੀਆਂ ਤੇ ਵਿਛੁੰਨਿਆ ਹੈ, ਜਾਂ ਅੱਗੇ ਜਾ ਕੇ ਨਿਹਾਲਿਆ ਸੰਭਾਲਿਆ ਹੈ ਇਸ ਸ਼ਬਦ ਦੇ ਵਿੱਚ ਜਿਹੜਾ ਆਪ ਜੀ ਦੇ ਸਾਹਮਣੇ ਹੈ। ਪਰ ਇਹਨਾਂ ਦੋਹਾਂ ਨੂੰ ਇਕੱਠੇ ਸਮਝਣਾ ਹੈ, ਇਕੱਠੇ ਪੜ੍ਹਨਾ ਹੈ ਤੇ ਇਕੱਠੇ ਗਾਇਨ ਕਰਨਾ ਹੈ। ਤੋ ਇਹ ਸਾਡੇ ਲਈ ਸੇਧ ਹੈ ਕਿ ਭਾਵੇਂ ਇੱਥੇ ਦੇਖਣ ਨੂੰ 2 ਪੰਕਤੀਆਂ ਦਿਸਦੀਆਂ ਹਨ ਤੇ ਇਹਨਾਂ ਨੂੰ ਵੱਖਰੇ ਵੱਖਰੇ ਪੜ੍ਹ ਕੇ ਭਾਵ ਸਪਸ਼ਟ ਨਹੀਂ ਹੋਏਗਾ, ਇਹਨਾਂ ਨੂੰ ਜਿਹੜਾ ਹੈ ਉਹ ਇਕੱਠੇ ਪੜ੍ਹਨਾ ਹੈ ਤੇ ਇਕੱਠੇ ਹੀ ਗਾਉਣਾ ਹੈ। ਤੋ ਇਹ ਜਿਹੜਾ ਭਾਵ ਜਿਹੜਾ ਇਹਦਾ ਇਕੱਠਾ ਗਾਇਨ ਕਰਨਾ ਹੈ, ਇਕੱਠੇ ਤਰੀਕੇ ਨਾਲ ਪੜ੍ਹਨਾ ਹੈ। ਤੋ ਛੰਦ ਦਾ ਚਰਨ ਵੀ ਜਿਹੜਾ ਹੈ ਉਹ ਗਿਣਿਆ ਜਾਂਦਾ ਹੈ, ਉਹ ਸਿਰਫ ਇਹ ਤੁਕਾਂਤ ਦੇ ਹਿੱਸੇ ਨਾਲ ਨਹੀਂ ਗਿਣਿਆ ਜਾਂਦਾ, ਉਹਦੇ ਵਿੱਚ ਮਾਤਰਾਵਾਂ ਦਾ ਬੜਾ ਵੱਡਾ ਰੋਲ ਹੁੰਦਾ ਹੈ। ਤੋ ਜਦੋਂ ਛੰਦ ਗਿਣੇ ਜਾਂਦੇ ਹਨ ਤਾਂ ਉਹਨਾਂ ਦੇ ਵਿੱਚ ਇਹ ਜਿਹੜੀ ਛੰਦਾਬੰਦੀ ਦੇ ਮੁਤਾਬਕ ਇਹ ਜਿਹੜੇ ਪਦੇ ਬਣ ਰਹੇ ਹਨ, ਤੁਕ ਬਣ ਰਹੀ ਹੈ, ਉਹਦੇ ਵਿੱਚ 2 ਪੰਕਤੀਆਂ ਸ਼ਾਮਲ ਕਰਕੇ ਇੱਕ ਤੁਕ ਬਣ ਰਹੀ ਹੈ। ਇਹ ਸਪੈਸ਼ਲ ਦੇਣ ਦੀ ਲੋੜ ਹੀ ਸ਼ਾਇਦ ਸਤਿਗੁਰੂ ਜੀ ਨੇ ਇਸੇ ਕਰਕੇ ਸਮਝੀ ਵੀ ਅਸੀਂ ਕਿਤੇ ਗਲਤੀ ਕਰਕੇ ਇਹਨਾਂ ਨੂੰ ਵੱਖਰੇ ਵੱਖਰੇ ਪੜ੍ਹ ਕੇ ਇਹਨਾਂ ਦੇ ਵੱਖਰੇ ਵੱਖਰੇ ਅਰਥ ਕਰਕੇ ਜਾਂ ਇਹਨਾਂ ਦੇ ਵੱਖਰੇ ਵੱਖਰੇ ਗਾਇਨ ਕਰਕੇ ਅਸੀਂ ਕਿਤੇ ਅਰਥਾਂ ਦੇ ਅਨਰਥ ਨਾ ਕਰ ਬਈਏ। ਤੋ ਇਹ ਗਾਈਡੈਂਸ ਸਤਿਗੁਰੂ ਜੀ ਦੀ ਸਾਨੂੰ ਇੱਕ ਤੁਕੇ ਕਹਿ ਕੇ ਉਹਨਾਂ ਨੇ ਦਿੱਤੀ ਕਿ ਭਾਈ ਇਹਨਾਂ ਨੂੰ ਇਕੱਠੇ ਪੜ੍ਹਨਾ ਹੈ, ਇਕੱਠੇ ਸਮਝਣਾ ਹੈ ਤੇ ਇਕੱਠੇ ਗਾਇਨ ਕਰਨਾ। ਆਸ ਹੈ ਕਿ ਸਵਾਲ ਕਰਤਾ ਦੀ ਇਹਦੇ ਨਾਲ ਤਸੱਲੀ ਹੋਏਗੀ। ਜੇ ਹੋਰ ਕੋਈ ਸੱਜਣ ਇਹਦੇ ਵਿੱਚ ਕੁਝ ਕੰਟਰੀਬਿਊਟ ਕਰ ਸਕਦਾ ਹੋਵੇ ਤੇ ਕਿਰਪਾ ਕਰਕੇ ਜ਼ਰੂਰ ਕਰੋ ਜੀ। ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਕ ਤੇ ਪੰਕਤੀ ਦਾ ਜੋ ਭੇਦ ਹੈ ਉਹ ਵੀਰ ਜੀ ਨੇ ਸਾਨੂੰ ਦੱਸਿਆ, ਔਰ ਨਾਲ ਬਹੁਤ ਸਾਰੇ ਸ਼ਬਦ ਜਿਹੜੇ ਨੇ ਡਿਸਪਲੇ ਕਰਕੇ ਸਾਨੂੰ ਉਹਨਾਂ ਨੇ ਇਸ ਗੱਲ ਨੂੰ ਸਮਝਾਇਆ। ਔਰ ਜਿਹੜੀ ਪੱਤੇ ਦੀ ਗੱਲ ਨਾਲ ਦੱਸੀ ਉਹਨਾਂ ਨੇ ਕਿ ਇੱਕ ਛੰਦ ਇੱਕ ਚਰਨ, ਤੋ ਉੱਥੇ ਜਾ ਕੇ ਉਹਨੂੰ ਇਹਨੂੰ ਪੰਕਤੀ ਕਿਹਾ, ਤੋ ਉਹਨੂੰ ਤੁਕ ਕਿਹਾ। ਤੋ ਬਿਲਕੁਲ ਠੀਕ ਹੈ ਕਿ ਸਾਨੂੰ ਪੰਕਤੀ ਤੇ ਤੁਕ ਜਿਹੜਾ ਇਹਨਾਂ ਨੂੰ ਰਲਗੜ ਨਹੀਂ ਕਰਨਾ ਚਾਹੀਦਾ। ਤੋ ਖੈਰ ਬੜੀ ਵਧੀਆ ਗੱਲ ਹੈ। ਤਸੱਲੀ ਦੀ ਗੱਲ ਇਹ ਹੈ ਕਿ ਜਿਨ੍ਹਾਂ ਨੇ ਇਹ ਸਵਾਲ ਕੀਤਾ, ਤੇ ਇਸ ਤੋਂ ਤਸੱਲੀ ਇਸ ਗੱਲ ਦੀ ਹੈ ਕਿ ਗੁਰਬਾਣੀ ਨੂੰ ਪੜ੍ਹਨ ਵਾਲੇ ਕਿਤਨੇ ਧਿਆਨ ਨਾਲ ਪੜ੍ਹਦੇ ਨੇ ਔਰ ਚਾਹੁੰਦੇ ਨੇ ਕਿ ਹਰ ਚੀਜ਼ ਦੀ ਸਾਨੂੰ ਕਲੈਰਿਟੀ ਹੋਵੇ। ਇਹੀ ਸਾਨੂੰ ਸਾਰਿਆਂ ਨੂੰ ਲੋੜ ਹੈ ਕਿ ਜਿਸ ਵੇਲੇ ਸਹਿਜ ਪਾਠ ਕਰੀਏ, ਕੇਵਲ ਉਹਨੂੰ ਰਸਮੀ ਤੌਰ ਤੇ ਪਾਠ ਨਾ ਕਰੀਏ, ਬਲਕਿ ਉਹਨਾਂ ਨੂੰ ਸਮਝਣ ਦਾ ਯਤਨ ਕਰੀਏ। ਤੋ ਜਿੱਥੇ ਵੀ ਇਹੋ ਜਿਹੀਆਂ ਗੱਲਾਂ ਉਹ ਦੂਸਰੇ ਕੋਲੋਂ ਪੁੱਛ ਲੈਣੀਆਂ ਚਾਹੀਦੀਆਂ ਨੇ। ਤੋ ਅਸੀਂ ਵੀ ਆਪ ਨੂੰ ਬੇਨਤੀ ਕਰਾਂਗੇ ਕਿ ਜਦ ਵੀ ਆਪ ਦੇ ਮਨ ਵਿੱਚ ਕੋਈ ਐਸਾ ਸਵਾਲ ਆਉਂਦਾ ਹੈ ਗੁਰਬਾਣੀ ਬਾਰੇ, ਸਿੱਖ ਇਤਿਹਾਸ ਬਾਰੇ, ਰਹਿਤ ਮਰਿਆਦਾ ਬਾਰੇ, ਸਾਡੀਆਂ ਪ੍ਰਚਲਿਤ ਜਿਹੜੀਆਂ ਹੋਰ ਟ੍ਰੈਡੀਸ਼ਨਸ ਨੇ ਉਹਨਾਂ ਬਾਰੇ ਆਵੇ, ਤਾਂ ਕਿਰਪਾ ਕਰਕੇ ਜ਼ਰੂਰ ਸਾਨੂੰ ਆਪਣਾ ਸਵਾਲ ਭੇਜੋ। ਅਸੀਂ ਉਸ ਸਵਾਲ ਨੂੰ, ਜਿਵੇਂ ਆਪ ਜੀ ਨੂੰ ਪਤਾ ਹੈ, ਸਾਰਾ ਪੈਨਲ ਜਿਹੜਾ ਉਹਨੂੰ ਆਪਸ ਵਿੱਚ ਵਿਚਾਰ ਕੇ ਤੋ ਫਿਰ ਜਿਹੜਾ ਵੀ ਬੈਸਟ ਲੱਗਦਾ ਕਿ ਇਹਦਾ ਉੱਤਰ ਹੋ ਸਕਦਾ ਉਹ ਅਸੀਂ ਲਿਆਉਂਦੇ ਹਾਂ। ਪਰ ਜ਼ਰੂਰੀ ਨਹੀਂ ਵੀ ਜਿਹੜਾ ਉੱਤਰ ਅਸੀਂ ਦੇ ਦਿੱਤਾ ਉਹ ਫਾਈਨਲ ਹੈ ਜਾਂ ਠੀਕ ਹੈ, ਨਹੀਂ। ਇਹ ਤਾਂ ਸੰਗਤ ਜਾਣਦੀ ਹੈ, ਵਾਹਿਗੁਰੂ ਜਾਣਦਾ ਹੈ। ਹਾਂ, ਇੰਨੀ ਗੱਲ ਜ਼ਰੂਰ ਹੈ ਵੀ ਜਿੱਥੇ ਕਮੀ ਦਿਸੇ ਕਿਰਪਾ ਕਰਕੇ ਉਹ ਸਾਨੂੰ ਫੀਡਬੈਕ ਜ਼ਰੂਰ ਦੇਣਾ, ਤਾਂ ਜੇ ਅਸੀਂ ਅੱਗੋਂ ਇੰਪਰੂਵ ਕਰ ਸਕੀਏ ਜਾਂ ਕਿਸੇ ਹੋਰ ਸਟੇਜ ਤੇ ਬੋਲਦੇ ਹਾਂ ਤੇ ਉੱਥੇ ਅਸੀਂ ਆਪਣੀ ਸੁਧਾਈ ਕਰ ਸਕੀਏ। ਇਹਨਾਂ ਸਾਰੀਆਂ ਚੀਜ਼ਾਂ ਲਈ ਮੈਂ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਵੀ ਕਰਦਾ, ਤੁਹਾਡਾ ਯੋਗਦਾਨ ਵੀ ਮੰਗਦਾ।
ਇੱਕ ਬੇਨਤੀ ਜਿਹੜੀ ਅਕਸਰ ਕਰੀਦੀ ਹੈ ਕਿ ਸੰਗਤ ਵਿੱਚੋਂ ਬਹੁਤ ਸਾਰੇ ਐਸੇ ਵੀਰ ਭੈਣਾਂ ਨੇ ਜਿਹੜੇ ਵਿਸ਼ੇ ਨਿਭਾ ਸਕਦੇ ਨੇ। ਅਸੀਂ ਚਾਹੁੰਦੇ ਹਾਂ ਕਿ ਨਵੇਂ-ਨਵੇਂ ਚਿਹਰੇ ਸਾਹਮਣੇ ਆਉਣ ਤਾਂ ਜੇ ਨਵੇਂ-ਨਵੇਂ ਖਿਆਲ ਸਾਨੂੰ ਮਿਲਣ। ਤੋ ਬੜੀ ਖੁਸ਼ੀ ਦੀ ਗੱਲ ਹੈ ਕਿ ਡਾਕਟਰ ਕਿਰਪਾਲ ਸਿੰਘ ਜੀ ਔਰ ਸਰ ਹਰਮਿੰਦਰ ਸਿੰਘ ਜੀ ਆਉਂਦੇ ਦਿਨਾਂ ਵਿੱਚ ਉਹਨਾਂ ਨੇ ਆਪਣੇ ਵਿਚਾਰ ਪੇਸ਼ ਕਰਨੇ ਨੇ। ਤੋ ਇਸੇ ਤਰ੍ਹਾਂ ਮੈਂ ਬੇਨਤੀ ਕਰਾਂਗਾ ਬਾਕੀ ਸੰਗਤਾਂ ਨੂੰ ਵੀ ਕਿ ਉਹ ਕਿਰਪਾ ਕਰਕੇ ਕੋਈ ਵੀ ਵਿਸ਼ਾ ਜਿਹੜਾ ਉਹ ਚੂਜ਼ ਕਰਨ, ਉਹਦੀ ਤਿਆਰੀ ਕਰਨ ਔਰ ਉਹਦੇ ਬਾਰੇ ਜੇ ਲੋੜ ਪਵੇ ਤਾਂ ਕਿਸੇ ਵੀ ਪੈਨਲ ਮੈਂਬਰ ਨਾਲ ਉਹ ਸੰਪਰਕ ਕਰ ਸਕਦੇ ਨੇ। ਪਰ ਅਸੀਂ ਚਾਹੁੰਦੇ ਹਾਂ ਕਿ ਨਵੇਂ ਤੋਂ ਨਵੇਂ ਜਿਹੜੇ ਚਿਹਰੇ ਨੇ ਉਹ ਆਉਣ ਔਰ ਸੰਗਤ ਵਿੱਚ ਬੜਾ ਇੰਟੈਲੀਜੈਂਸ਼ੀਆ ਬੈਠਾ ਹੈ। ਤਾਂ ਉਹਨਾਂ ਨੂੰ ਮੇਰੀ ਬੇਨਤੀ ਹੈ ਵੀ ਆਓ ਕਿਰਪਾ ਕਰੋ। ਪਿਛਲੇ ਦਿਨਾਂ 'ਚ ਭੈਣ ਸੁਖਦੇਵ ਕੌਰ ਜੀ ਨੇ ਮੈਨੂੰ ਕਿਹਾ ਸੀ ਵੀ ਮੈਂ ਤਿਆਰ ਕਰ ਰਹੀ ਹਾਂ, ਤਾਂ ਉਮੀਦ ਹੈ ਵੀ ਉਹਨਾਂ ਦਾ ਵੀ ਸਬਜੈਕਟ ਤਿਆਰ ਹੋ ਰਿਹਾ ਹੋਵੇਗਾ। ਬਾਕੀਆਂ ਨੂੰ ਬੇਨਤੀ ਵੀ ਆਓ। ਤੋ ਸੰਗਤ ਜੀ ਸਮਾਂ 1 ਮਿੰਟ ਉੱਪਰ ਲੈ ਗਏ। ਇੱਕ ਨਹੀਂ, ਵੈਸੇ ਤਾਂ ਮੈਨੂੰ 55 ਤੇ ਸਮਾਪਤੀ ਕਰਨੀ ਚਾਹੀਦੀ ਸੀ। ਤੋ ਇਸ 5-6 ਮਿੰਟ ਲਈ ਮੈਂ ਆਪਸ ਤੋਂ ਖਿਮਾ ਮੰਗਦਾ ਔਰ ਮੈਂ ਆਸ ਕਰਦਾ ਕਿ ਇਸੇ ਤਰ੍ਹਾਂ ਤੁਸੀਂ ਸਾਡੇ ਸਿਰ ਤੇ ਮਿਹਰ ਭਰੇ ਹੱਥ ਰੱਖੋਗੇ ਔਰ ਅਸੀਂ ਇਸ ਕਾਰਨਾਂ ਦੇ ਨਾਲ ਚੱਲਦੇ ਜਾਵਾਂਗੇ। ਤੋ ਇਹਨਾਂ ਲਫ਼ਜ਼ਾਂ ਨਾਲ ਅਗਲੇ ਆਉਣ ਵਾਲੇ ਸੋਮਵਾਰ ਤੱਕ ਆਪਸ ਤੋਂ ਖਿਮਾ ਮੰਗਦੇ ਹੋਏ ਫਤਿਹ ਆਪ ਜੀ ਨੂੰ ਇਹ ਪੈਨਲ ਜਿਹੜਾ ਉਹਦੇ ਬਿਹਾਫ ਤੇ ਫਤਿਹ ਮੰਗਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।